ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। सत श्री अकाल जी, तुसी देख रहे हो पंजाब मेल USA TV ते मैं सरबीर। खबरां दे इस बुलेटिन च बहुत-बहुत स्वागत। पेश आन देश विदेश नाल जुड़ियां होईयां कुछ खास ते चोणवीआं खबरां। अमेरिका डिपोर्ट कर रहा है 590 ग्रीन कार्ड होल्डर। इमीग्रेशन नीतियां ते घटिया समर्थन, ट्रंप सरकार ने बदलिया रुख। चीन नूं वड्डी राह देण दी तैयारी च ट्रंप, जल्द हटाउणगे इह पाबंदी। बाइकर गैंग पंजाबी डेविल्स दे भारती मूल दे बानी नूं 5 साल दी कैद। अमेरिका च घर उत्ते क्रैश होया जहाज। कैनेडा दे वल्लों इंटरनेशनल फ्लाइट्स रद्द होण दी चेतावनी। हुण इन्हां खबरां दा विस्तार, इस दे नाल ही देश ते विदेश नाल जुड़ियां होईयां तमाम खबरां। ग्रीन कार्ड वालिਆਂ ਨੂੰ ਅਮਰੀਕਾ ਵਿੱਚੋਂ ਖਦੇੜਨ ਲਈ ਟਰੰਪ ਸਰਕਾਰ ਵੱਲੋਂ ਚੁੱਪ-ਚੁਪੀਤੇ ਇਮੀਗ੍ਰੇਸ਼ਨ ਅਫਸਰਾਂ ਦੀ ਨਵੀਂ ਟੀਮ ਕਾਇਮ ਕੀਤੀ ਗਈ ਹੈ, ਜਿਸ ਦਾ ਕੰਮ ਸਿਰਫ ਅਤੇ ਸਿਰਫ ਗ੍ਰੀਨ ਕਾਰਡ ਹੋਲਡਰਸ ਦੇ ਅਪਰਾਧਕ ਪਿਛੋਕੜ ਦੀ ਸਮੀਖਿਆ ਕਰਦਿਆਂ ਉਹਨਾਂ ਨੂੰ ਡਿਪੋਰਟ ਕਰਨਾ ਹੋਵੇਗਾ। ਪ੍ਰਵਾਸੀਆਂ ਨੂੰ ਅਮਰੀਕਾ ਵਿੱਚੋਂ ਕੱਢਣ ਦੀ ਕਾਲ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 7 ਮਈ ਤੱਕ 2890 ਮਾਮਲਿਆਂ ਦੀ ਸਮੀਖਿਆ ਨੇਪਰੇ ਚਾੜ ਦਿੱਤੀ ਗਈ ਅਤੇ ਇਹਨਾਂ ਦੇ ਵਿੱਚੋਂ 80% ਖੁਸ਼ਕਿਸਮਤ ਰਹੇ, पर 20% ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 500 ਗ੍ਰੀਨ ਕਾਰਡ ਹੋਲਡਰਸ ਦੀ ਸਮੀਖਿਆ ਵਿਚਾਰ ਅਧੀਨ ਹੈ ਅਤੇ ਇਹਨਾਂ ਦੀ ਕਿਸਮਤ ਦਾ ਫੈਸਲਾ ਵੀ ਜਲਦ ਹੋ ਸਕਦਾ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ 40 ਇਮੀਗ੍ਰੇਸ਼ਨ ਅਫਸਰਾਂ ਨੂੰ ਖਾਸ ਜ਼ਿੰਮੇਵਾਰੀ ਸੌਂਪੀ ਗਈ ਹੈ, ਜੋ ਗ੍ਰੀਨ ਕਾਰਡ ਹੋਲਡਰਸ ਦੇ ਅਤੀਤ ਦੀ ਪੂਛ-ਛਾਣ ਕਰਦਿਆਂ ਕਿਸੇ ਫਰੋਡ ਵਿੱਚ ਸ਼ਾਮਲ ਹੋਣ ਜਾਂ ਅਮਰੀਕਾ ਵਾਸਤੇ ਖਤਰਾ ਪੈਦਾ ਕਰਨ ਵਰਗੇ ਤੱਥ ਸਾਹਮਣੇ ਲਿਆਉਣ ਦੇ ਯਤਨ ਕਰ ਰਹੇ ਹਨ। ਚੇਤੇ ਰਹੇ ਕਿ ਹੁਣ ਤੱਕ ਗ੍ਰੀਨ ਕਾਰਡ ਹੋਲਡਰਸ ਦੇ ਅਪਰਾਧਕ ਪਿਛੋਕੜ ਦੀ ਪੂਛ-ਛਾਣ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ ਸਿਰਫ ਉਸ ਵੇਲੇ ਕੀਤੀ ਜਾਂਦੀ ਸੀ ਜਦੋਂ ਕੋਈ ਪ੍ਰਵਾਸੀ ਗ੍ਰੀਨ ਕਾਰਡ ਰੀਨਿਊ ਕਰਨ ਆਉਂਦਾ ਜਾਂ ਸਿਟੀਜ਼ਨਸ਼ਿਪ ਦੀ ਅਰਜ਼ੀ ਦਾਇਰ ਕਰਦਾ। ਇਮੀਗ੍ਰੇਸ਼ਨ ਵਿਭਾਗ ਦੇ ਬੁਲਾਰੇ ਜ਼ੈਕ ਕਾਹਲਰ ਦਾ ਕਹਿਣਾ ਸੀ ਕਿ ਅਮਰੀਕਾ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਂਦਿਆਂ ਨਵੀਂ ਰਣਨੀਤੀ ਅਖਤਿਆਰ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਨਸ਼ਾ ਕਰਕੇ ਗੱਡੀ ਚਲਾਉਂਦਿਆਂ ਫੜੇ ਗਏ, ਘਰੇਲੂ ਹਿੰਸਾ ਵਿੱਚ ਸ਼ਾਮਲ, ਸੈਕਸ਼ੂਅਲ ਅਸਾਲਟ ਦੇ ਸ਼ੱਕੀਆਂ ਅਤੇ ਨਸ਼ਾ ਰੱਖਣ ਵਰਗੇ ਅਪਰਾਧਾਂ ਵਿੱਚ ਗ੍ਰਿਫਤਾਰ ਹੋ ਚੁੱਕੇ ਪ੍ਰਵਾਸੀਆਂ ਦੀ ਡੂੰਘਾਈ ਦੇ ਨਾਲ ਘੋਖ ਪੜਤਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਗ੍ਰੀਨ ਕਾਰਡ ਹਾਸਲ ਕਰਨ ਲਈ ਫਰਜ਼ੀ ਦਸਤਾਵੇਜ਼ ਪੇਸ਼ ਕਰਨ ਜਾਂ ਝੂਠੀ ਜਾਣਕਾਰੀ ਮੁਹੱਈਆ ਕਰਵਾਉਣ ਵਾਲਿਆਂ ਦੇ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਇਮੀਗ੍ਰੇਸ਼ਨ ਮਾਹਰਾਂ ਦੇ ਮੁਤਾਬਕ ਅਮਰੀਕਾ ਦਾ ਕਾਨੂੰਨ ਇਹ ਕਹਿੰਦਾ ਹੈ ਕਿ ਗ੍ਰੀਨ ਕਾਰਡ ਧਾਰਕਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਕਿ ਜੇ ਉਹ ਕੁਝ ਖਾਸ ਅਪਰਾਧਾਂ ਵਿੱਚ ਦੋਸ਼ੀ ਠਹਿਰਾਏ ਜਾਣ ਜਾਂ ਪਰਮਾਨੈਂਟ ਰੈਜ਼ੀਡੈਂਟ ਬਣਨ ਲਈ ਧੋਖਾਧੜੀ ਕੀਤੀ ਹੋਵੇ। ਸੋ ਨਸ਼ਾ ਕਰਕੇ ਗੱਡੀ ਚਲਾਉਂਦਿਆਂ ਪਹਿਲੀ ਵਾਰ ਫੜੇ ਗਏ ਅਤੇ ਹਾਦਸੇ ਦੌਰਾਨ ਕਿਸੇ ਨੂੰ ਜ਼ਖਮੀ ਨਾ ਕਰਨ ਵਾਲੇ ਗ੍ਰੀਨ ਕਾਰਡ ਹੋਲਡਰਸ ਦਾ ਬਚਾਅ ਹੋ ਸਕਦਾ ਹੈ। ਟਰੰਪ ਸਰਕਾਰ ਵੱਲੋਂ ਗ੍ਰੀਨ ਕਾਰਡ ਹੋਲਡਰਸ ਨੂੰ ਮਿਲਿਆ ਉਹ ਹੱਕ ਵੀ ਖਤਮ ਕਰ ਦਿੱਤਾ ਗਿਆ ਜਿਸ ਤਹਿਤ ਡੈਪੋਟੇਸ਼ਨ ਦੇ ਫੈਸਲੇ ਨੂੰ ਇਮੀਗ੍ਰੇਸ਼ਨ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਸੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਕਈ ਸਾਬਕਾ ਅਫਸਰਾਂ ਨੇ ਇਸ ਨੀਤੀ ਦਾ ਵਿਰੋਧ ਕਰਦਿਆਂ ਦੋਸ਼ ਲਗਾਇਆ ਕਿ ਵਿਭਾਗ ਨੂੰ ਮਿਲੀਆਂ ਤਾਕਤਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਧਰ ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਵਿਚਾਰ ਅਧੀਨ ਅਰਜ਼ੀਆਂ ਦੀ ਗਿਣਤੀ 11 ਮਿਲੀਅਨ ਤੋਂ ਵੱਧ ਬਣਦੀ ਹੈ, ਜਿਨ੍ਹਾਂ ਦੇ ਵਿੱਚੋਂ ਲੱਖਾਂ ਲੋਕ ਗ੍ਰੀਨ ਕਾਰਡ ਦੀ ਕਤਾਰ ਵਿੱਚ ਲੱਗੇ ਹੋਏ ਹਨ। ਪਰ ਟਰੰਪ ਸਰਕਾਰ ਦੀ ਨਵੀਂ ਟੀਮ ਕਿਸੇ ਨਾ ਕਿਸੇ ਬਹਾਨੇ ਅਜਿਹੇ ਪ੍ਰਵਾਸੀਆਂ ਨੂੰ ਪੱਕੇ ਹੋਣ ਤੋਂ ਪਹਿਲਾਂ ਵੀ ਵਾਪਸੀ ਦਾ ਜਹਾਜ਼ ਚੜਾ ਸਕਦੀ ਹੈ। ਭਾਵੇਂ ਡੋਨਲਡ ਟਰੰਪ ਸਿਰਫ ਅਪਰਾਧੀਆਂ ਨੂੰ ਮੁਲਕ ਵਿੱਚੋਂ ਕੱਢਣ ਦੀਆਂ ਗੱਲਾਂ ਕਰਦੇ ਹਨ, ਪਰ ਇਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਦੇ ਵਿੱਚ ਬੰਦ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮਾਮਲੇ ਵਿੱਚ ਇਹ ਦਾਅਵਾ ਥੋਥਾ ਨਜ਼ਰ ਆ ਰਿਹਾ ਹੈ। ਅਮਰੀਕਾ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਖਿਲਾਫ ਸਖਤ ਕਾਰਵਾਈਆਂ ਨੂੰ ਲੈ ਕੇ ਡੋਨਲਡ ਟਰੰਪ ਸਰਕਾਰ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲੀਆ ਸਰਵੇਖਣਾਂ ਦੇ ਵਿੱਚ ਸਾਹਮਣੇ ਆਇਆ ਹੈ ਕਿ ਟਰੰਪ ਪ੍ਰਸ਼ਾਸਨ ਦੀਆਂ ਕੜੀਆਂ ਇਮੀਗ੍ਰੇਸ਼ਨ ਨੀਤੀਆਂ ਲਈ ਲੋਕਾਂ ਦਾ ਸਮਰਥਨ ਤੇਜ਼ੀ ਨਾਲ ਘਟ ਰਿਹਾ ਹੈ। ਇਸ ਦੇ ਚੱਲਦਿਆਂ ਹੁਣ ਵਾਈਟ ਹਾਊਸ ਆਪਣੀ ਰਣਨੀਤੀ ਅਤੇ ਭਾਸ਼ਾ ਦੋਵੇਂ ਵਿੱਚ ਬਦਲਾਅ ਕਰਦਾ ਨਜ਼ਰ ਆ ਰਿਹਾ ਹੈ। ਰਿਪੋਰਟਾਂ ਦੇ ਮੁਤਾਬਕ ਪਹਿਲਾਂ ਜਿੱਥੇ ਟਰੰਪ ਸਰਕਾਰ ਵੱਡੇ ਪੱਧਰ ਤੇ ਆਈਸ ਛਾਪੇਮਾਰੀਆਂ ਅਤੇ ਗ੍ਰਿਫਤਾਰੀਆਂ ਨੂੰ ਉਜਾਗਰ ਕਰਦੀ ਸੀ, ਹੁਣ ਉਹ ਜ਼ਿਆਦਾ ਧਿਆਨ ਰਾਸ਼ਟਰੀ ਸੁਰੱਖਿਆ ਅਤੇ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਉੱਤੇ ਦੇ ਰਹੀ ਹੈ।
ਸਰਕਾਰ ਦੀ ਕੋਸ਼ਿਸ਼ ਹੈ ਕਿ ਲੋਕਾਂ ਵਿੱਚ ਬਣ ਰਹੀ ਨਕਾਰਾਤਮਕ ਛਵੀ ਨੂੰ ਘਟਾਇਆ ਜਾ ਸਕੇ। ਇਸ ਦੇ ਨਾਲ ਹੀ ਕਾਂਗਰਸ ਵਿੱਚ ਆਈਸ ਅਤੇ ਬਾਰਡਰ ਸੁਰੱਖਿਆ ਲਈ ਵਾਧੂ ਫੰਡਿੰਗ ਦੀ ਮੰਗ ਵੀ ਜਾਰੀ ਹੈ। ਪਰ ਕਈ ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਵਿਰੋਧੀ ਧਿਰਾਂ ਦਾ ਇਹ ਕਹਿਣਾ ਹੈ ਕਿ ਇਮੀਗ੍ਰੇਸ਼ਨ ਕਾਰਵਾਈਆਂ ਦੇ ਦੌਰਾਨ ਪਰਿਵਾਰਾਂ ਅਤੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਨਾਲ ਡਰ ਦਾ ਮਾਹੌਲ ਬਣ ਰਿਹਾ ਹੈ। ਇਸ ਮਾਮਲੇ ਵਿੱਚ ਇੱਕ ਹੋਰ ਵੱਡਾ ਮੋੜ ਉਸ ਵੇਲੇ ਆਇਆ ਜਦੋਂ ਅਮਰੀਕੀ ਬਾਰਡਰ ਪੈਟਰੋਲ ਦੇ ਮੁਖੀ ਮਾਈਕਲ ਬੈਂਕਸ ਨੇ ਅਚਾਨਕ ਅਸਤੀਫਾ ਦੇ ਦਿੱਤਾ। ਰਾਜਨੀਤਿਕ ਵਿਸ਼ਲੇਸ਼ਕ ਮੰਨ ਰਹੇ ਹਨ ਕਿ ਇਹ ਸਭ ਟਰੰਪ ਸਰਕਾਰ ਉਤੇ ਵੱਧ ਰਹੇ ਦਬਾਅ ਦੀ ਨਿਸ਼ਾਨੀ ਹੈ। ਮਾਹਰਾਂ ਦੇ ਅਨੁਸਾਰ 2026 ਦੀਆਂ ਮਿਡ ਟਰਮ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਟਰੰਪ ਪ੍ਰਸ਼ਾਸਨ ਹੁਣ ਇਮੀਗ੍ਰੇਸ਼ਨ ਮਸਲੇ ਤੇ ਜਨਤਾ ਨੂੰ ਆਪਣੇ ਹੱਕ ਵਿੱਚ ਕਰਨ ਲਈ ਨਵਾਂ ਤਰੀਕਾ ਅਪਣਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਨੂੰ ਵੱਡੀ ਰਾਹਤ ਦੇਣ ਦੀ ਤਿਆਰੀ ਦੇ ਵਿੱਚ ਹਨ। ਰਾਸ਼ਟਰਪਤੀ ਟਰੰਪ ਨੇ ਇੱਕ ਅਹਿਮ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਇਰਾਨੀ ਤੇਲ ਦੀ ਖਰੀਦ ਕਰਨ ਵਾਲੀਆਂ ਚੀਨੀ ਤੇਲ ਕੰਪਨੀਆਂ ਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਬਾਰੇ ਜਲਦੀ ਕੋਈ ਫੈਸਲਾ ਲੈਣਗੇ। ਸ਼ੁੱਕਰਵਾਰ ਨੂੰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਦੱਸਿਆ ਕਿ ਉਹ ਅਗਲੇ ਕੁਝ ਦਿਨਾਂ ਦੇ ਅੰਦਰ ਚੀਨੀ ਤੇਲ ਕੰਪਨੀਆਂ ਤੋਂ ਲੱਗੀਆਂ ਇਨ੍ਹਾਂ ਪਾਬੰਦੀਆਂ ਨੂੰ ਚੁੱਕਣ ਬਾਰੇ ਆਪਣਾ ਅੰਤਿਮ ਫੈਸਲਾ ਸੁਣਾਉਣਗੇ। ਚੀਨ ਦੇ ਦੌਰੇ ਤੋਂ ਬਾਅਦ ਵਾਪਸ ਪਰਤਦੇ ਸਮੇਂ 에ਅਰ ਫੋਰਸ 1 ਜਹਾਜ਼ ਤੇ ਸਵਾਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਦੱਸਿਆ ਕਿ ਉਹਨਾਂ ਨੇ ਇਸ ਮੁੱਦੇ ਤੇ ਚਰਚਾ ਕੀਤੀ ਹੈ ਅਤੇ ਉਹ ਜਲਦ ਹੀ ਅੰਤਿਮ ਫੈਸਲਾ ਸੁਣਾਉਣਗੇ। ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂ ਦੇ ਵਿੱਚ ਵਾਸ਼ਿੰਗਟਨ ਨੇ ਈਰਾਨ ਦੇ ਨਾਲ ਜੰਗ ਸ਼ੁਰੂ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਉਸ ਦੇ ਮਾਲੀ ਸਰੋਤਾਂ ਨੂੰ ਰੋਕਣ ਲਈ ਮੈਕਸਿਮਮ ਪ੍ਰੈਸ਼ਰ ਦੀ ਮੁਹਿੰਮ ਤਹਿਤ ਇਹ ਸਖਤ ਪਾਬੰਦੀਆਂ ਲਗਾਈਆਂ ਸਨ। ਸਰੋਤਾਂ ਦੇ ਅਨੁਸਾਰ ਅਪ੍ਰੈਲ ਮਹੀਨੇ ਵਿੱਚ ਅਮਰੀਕਾ ਨੇ ਕਈ ਸੁਤੰਤਰ ਰਿਫਾਈਨਰੀਜ਼ ਤੇ ਪਾਬੰਦੀਆਂ ਲਗਾਈਆਂ ਸਨ, ਜਿਨ੍ਹਾਂ ਨੂੰ ਟਿਪੋਰਟਸ ਵਜੋਂ ਜਾਣਿਆ ਜਾਂਦਾ ਹੈ। ਇਹਨਾਂ ਵਿੱਚ ਚੀਨ ਦੀਆਂ ਸਭ ਤੋਂ ਵੱਡੀਆਂ ਰਿਫਾਈਨਰੀਆਂ ਵਿੱਚੋਂ ਇੱਕ ਹੈਂਗਲੀ ਪੈਟਰੋਕੈਮੀਕਲ ਰਿਫਾਈਨਰੀ ਵੀ ਸ਼ਾਮਲ ਸੀ, ਜਿਸ ਨੂੰ ਇਰਾਨੀ ਤੇਲ ਦੀ ਦਰਾਮਦ ਕਰਦੇ ਹੋਏ ਪਾਇਆ ਗਿਆ ਸੀ। ਇਹ ਕੰਪਨੀਆਂ ਈਰਾਨ ਤੋਂ ਤੇਲ ਖਰੀਦਣ ਕਾਰਨ ਅਮਰੀਕੀ ਪ੍ਰਸ਼ਾਸਨ ਦੇ ਨਿਸ਼ਾਨੇ ਤੇ ਸਨ, ਕਿਉਂਕਿ ਅਮਰੀਕਾ ਨੇ ਈਰਾਨ ਤੇ ਸਖਤ ਆਰਥਿਕ ਪਾਬੰਦੀਆਂ ਲਗਾਈਆਂ ਹੋਈਆਂ ਹਨ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਉਹ ਚੀਨ ਦੇ ਦੌਰੇ ਤੇ ਹਨ। ਮਾਹਰਾਂ ਦੇ ਅਨੁਸਾਰ ਜੇਕਰ ਅਮਰੀਕਾ ਇਨ੍ਹਾਂ ਪਾਬੰਦੀਆਂ ਨੂੰ ਹਟਾਉਣ ਦਾ ਫੈਸਲਾ ਲੈਂਦਾ ਹੈ ਤਾਂ ਇਸ ਨਾਲ ਚੀਨ ਅਤੇ ਅਮਰੀਕਾ ਦੇ ਵਪਾਰਕ ਸਬੰਧਾਂ ਵਿੱਚ ਸੁਧਾਰ ਆ ਸਕਦਾ ਹੈ ਅਤੇ ਵਿਸ਼ਵ ਪੱਧਰ ਤੇ ਤੇਲ ਦੀ ਸਪਲਾਈ ਅਤੇ ਕੀਮਤਾਂ ਤੇ ਵੀ ਇਸ ਦਾ ਵੱਡਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਫਿਲਹਾਲ ਪੂਰੀ ਦੁਨੀਆ ਦੀਆਂ ਨਜ਼ਰਾਂ ਟਰੰਪ ਦੇ ਆਉਣ ਵਾਲੇ ਇਸ ਫੈਸਲੇ ਤੇ ਟਿਕੀਆਂ ਹੋਈਆਂ ਹਨ। ਮੋਟਰਸਾਈਕਲ ਗੈਂਗ ਪੰਜਾਬੀ ਡੈਵਿਲਸ ਦੇ ਭਾਰਤੀ ਮੂਲ ਦੇ ਬਾਨੀ ਜਸ਼ਨਪ੍ਰੀਤ ਸਿੰਘ ਨੂੰ ਹਥਿਆਰਾਂ ਦੇ ਗੈਰ ਕਾਨੂੰਨੀ ਵਪਾਰ ਅਤੇ ਮਸ਼ੀਨ ਗਨ ਰੱਖਣ ਦੇ ਦੋਸ਼ਾਂ ਵਿੱਚ 5 ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਅਟਾਰਨੀ ਐਰਿਕ ਗ੍ਰਾਂਟ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕੀ ਜ਼ਿਲ੍ਹਾ ਜੱਜ ਡੈਲ ਡਰੋਸਟ ਨੇ ਲੋਦੀ ਕੈਲੀਫੋਰਨੀਆ ਦੇ ਜਸ਼ਨਪ੍ਰੀਤ ਸਿੰਘ ਨੂੰ ਹਥਿਆਰਾਂ ਦੇ ਗੈਰ ਕਾਨੂੰਨੀ ਵਪਾਰ ਤੇ ਮਸ਼ੀਨ ਗਨ ਰੱਖਣ ਦੇ ਦੋਸ਼ ਵਿੱਚ 5 ਸਾਲ ਤੇ 4 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਕੋਰਟ ਦਸਤਾਵੇਜ਼ਾਂ ਦੇ ਮੁਤਾਬਕ ਜਸ਼ਨਪ੍ਰੀਤ ਸਿੰਘ ਪੰਜਾਬ ਡੈਵਿਲਸ ਮੋਟਰਸਾਈਕਲ ਕਲੱਬ ਦਾ ਬਾਨੀ ਹੈ, ਜੋ ਸਟੋਕਟਨ ਆਧਾਰਿਤ ਗੈਰ ਕਾਨੂੰਨੀ ਮੋਟਰਸਾਈਕਲ ਗੈਂਗ ਹੈ ਅਤੇ ਕੈਲੀਫੋਰਨੀਆ ਆਧਾਰਿਤ ਆਲਮੀ ਗੈਰ ਕਾਨੂੰਨੀ ਮੋਟਰਸਾਈਕਲ ਕਲੱਬ ਹੈਲਸ ਐਂਜਲਸ ਨਾਲ ਜੁੜਿਆ ਹੋਇਆ ਹੈ। ਸਿੰਘ ਨੇ ਪਿਛਲੇ ਸਾਲ ਜੂਨ ਵਿੱਚ ਛੋਟੀ ਬੈਰਲਡ ਰਾਈਫਲ, 3 ਅਸਾਲਟ ਹਥਿਆਰ, 3 ਮਸ਼ੀਨ ਗਨ, ਕਨਵਰਜਨ ਯੰਤਰ ਤੇ ਇੱਕ ਰਿਵਾਲਵਰ ਸਣੇ ਕਈ ਹਥਿਆਰ ਅੰਡਰਕਵਰ ਅਧਿਕਾਰੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਇਸ ਵਾਰ ਜਸ਼ਨਪ੍ਰੀਤ ਦੀ ਰਿਹਾਇਸ਼ ਤੋਂ ਪੁਲਿਸ ਨੂੰ ਹੋਰ ਕਈ ਹਥਿਆਰ ਮਿਲੇ ਸਨ। ਪੰਜਾਬੀ ਡੈਵਿਲਸ ਆਖਰ ਕੌਣ ਹਨ? ਪੰਜਾਬੀ ਡੈਵਿਲਸ ਮੋਟਰਸਾਈਕਲ ਕਲੱਬ ਸਟੋਕਟਨ ਆਧਾਰਿਤ ਇੱਕ ਬਾਈਕਰ ਗੈਂਗ ਹੈ, ਜਿਸ ਦੀ ਸਥਾਪਨਾ ਲੋਦੀ ਕੈਲੀਫੋਰਨੀਆ ਦੇ 27 ਸਾਲਾਂ ਦੇ ਜਸ਼ਨਪ੍ਰੀਤ ਸਿੰਘ ਦੁਆਰਾ ਕੀਤੀ ਗਈ ਸੀ। ਅਮਰੀਕਾ ਦੇ ਨਿਆਂ ਵਿਭਾਗ ਦੇ ਅਨੁਸਾਰ ਇਸ ਸਮੂਹ ਨੂੰ ਅਮਰੀਕਾ ਦੀਆਂ ਸਭ ਤੋਂ ਬਦਨਾਮ ਬਾਈਕਰ ਸੰਸਥਾਵਾਂ ਵਿੱਚੋਂ ਇੱਕ ਹੈਲਸ ਐਂਜਲਸ ਨਾਲ ਜੁੜਿਆ ਇੱਕ ਗੈਰ ਕਾਨੂੰਨੀ ਮੋਟਰਸਾਈਕਲ ਗੈਂਗ ਮੰਨਿਆ ਜਾਂਦਾ ਹੈ। ਰਿਪੋਰਟਾਂ ਦੇ ਅਨੁਸਾਰ ਇਸ ਗੈਂਗ ਨੇ ਜੈਕਟਾਂ ਅਤੇ ਸੋਸ਼ਲ ਮੀਡੀਆ ਤੇ ਪੰਜਾਬ ਥੀਮ ਵਾਲੇ ਪ੍ਰਤੀਕਾਂ ਅਤੇ ਸਿੱਖ ਚਿੰਨ੍ਹਾਂ ਦੀ ਵਰਤੋਂ ਕੀਤੀ, ਜਿਸ ਨੇ ਕੈਲੀਫੋਰਨੀਆ ਵਿੱਚ ਪੰਜਾਬੀ ਪ੍ਰਵਾਸੀਆਂ ਦੇ ਕੁਝ ਹਿੱਸਿਆਂ ਵਿੱਚ ਧਿਆਨ ਖਿੱਚਿਆ। ਕੁਝ ਆਨਲਾਈਨ ਚਰਚਾਵਾਂ ਵਿੱਚ ਇਸ ਸਮੂਹ ਨੂੰ ਪੰਜਾਬੀ ਪਛਾਣ ਨੂੰ ਗੈਰ ਕਾਨੂੰਨੀ ਬਾਈਕਰ ਸੱਭਿਆਚਾਰ ਨਾਲ ਮਿਲਾਉਣ ਵਜੋਂ ਦਰਸਾਇਆ ਗਿਆ। ਜਸ਼ਨਪ੍ਰੀਤ ਸਿੰਘ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਸਾਹਮਣੇ ਆਇਆ ਸੀ। ਸੰਘੀ ਸਰਕਾਰੀ ਵਕੀਲਾਂ ਨੇ ਕਿਹਾ ਹੈ ਕਿ ਇਹ ਮਾਮਲਾ 6 ਜੂਨ 2025 ਨੂੰ ਇੱਕ ਅੰਡਰਕਵਰ ਆਪਰੇਸ਼ਨ ਨਾਲ ਸ਼ੁਰੂ ਹੋਇਆ ਸੀ। ਅਧਿਕਾਰੀਆਂ ਨੇ ਦੋਸ਼ ਲਗਾਇਆ ਕਿ ਸਿੰਘ ਨੇ ਇੱਕ ਅੰਡਰਕਵਰ ਅਫਸਰ ਨੂੰ ਕਈ ਗੈਰ ਕਾਨੂੰਨੀ ਹਥਿਆਰ ਵੇਚਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਇੱਕ ਛੋਟੀ ਬੈਰਲ ਵਾਲੀ ਰਾਈਫਲ, ਅਸਾਲਟ ਸ਼ੈਲੀ ਦੇ ਹਥਿਆਰ, ਮਸ਼ੀਨ ਗਨ ਵਿੱਚ ਤਬਦੀਲ ਕਰਨ ਵਾਲੇ ਯੰਤਰ, ਇੱਕ ਰਿਵਾਲਵਰ,
ਸੋ ਇਸ ਲੈਣ ਦੇਣ ਤੋਂ ਬਾਅਦ ਜਾਂਚਕਰਤਾਵਾਂ ਨੇ ਕੈਲੀਫੋਰਨੀਆ ਵਿੱਚ ਸਿੰਘ ਦੀ ਰਿਹਾਇਸ਼ ਦੀ ਤਲਾਸ਼ੀ ਲਈ ਅਤੇ ਕਥਿਤ ਤੌਰ ਤੇ ਇਹਨਾਂ ਸਭ ਚੀਜ਼ਾਂ ਨੂੰ ਬਰਾਮਦ ਕੀਤਾ, ਜਿਸ ਵਿੱਚ ਇੱਕ ਮਸ਼ੀਨ ਗਨ, ਹੋਰ ਤਬਦੀਲ ਕਰਨ ਵਾਲੇ ਯੰਤਰ, ਇੱਕ ਸਾਇਲੈਂਸਰ, ਉੱਚ ਸਮਰੱਥਾ ਵਾਲੇ ਮੈਗਜ਼ੀਨ, ਵਿਸਫੋਟਕ ਯੰਤਰ ਜਿਸ ਵਿੱਚ ਇੱਕ ਗ੍ਰਨੇਡ ਅਤੇ ਸ਼ੱਕੀ ਕਲੇਮੋਰ ਮਾਈਨ ਸ਼ਾਮਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਬਰਾਮਦ ਹੋਏ ਵਿਸਫੋਟਕਾਂ ਕਾਰਨ ਜਾਇਦਾਦ ਤੇ ਬੰਬ ਨਿਰੋਧਕ ਦਸਤਿਆਂ ਨੂੰ ਬੁਲਾਇਆ ਗਿਆ ਸੀ। ਸੋ ਕਥਿਤ ਤੌਰ ਤੇ ਭਾਰਤ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਜਾਂਚਕਰਤਾਵਾਂ ਦੇ ਅਨੁਸਾਰ ਸਿੰਘ ਬਾਅਦ ਵਿੱਚ ਜੁਲਾਈ 2025 ਵਿੱਚ ਅਦਾਲਤ ਵਿੱਚ ਪੇਸ਼ ਹੋਣ ਵਿੱਚ ਅਸਫਲ ਰਿਹਾ, ਜਿਸ ਕਾਰਨ ਉਸ ਦੀ ਗ੍ਰਿਫਤਾਰੀ ਲਈ ਇੱਕ ਵਾਰੰਟ ਜਾਰੀ ਕੀਤਾ ਗਿਆ। ਸੰਘੀ ਏਜੰਸੀਆਂ ਨੇ ਫਿਰ ਸਾਨ ਫ੍ਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਤੇ ਉਸ ਦਾ ਪਿੱਛਾ ਕੀਤਾ, ਜਿੱਥੇ ਉਸ ਨੂੰ ਕਥਿਤ ਤੌਰ ਤੇ ਭਾਰਤ 'ਚ ਫਲਾਈਟ ਵਿੱਚ ਸਵਾਰ ਹੋਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ। ਇਸ ਜਾਂਚ ਵਿੱਚ ਕਈ ਏਜੰਸੀਆਂ ਸ਼ਾਮਲ ਸਨ, ਜਿਸ ਵਿੱਚ FBI, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਅਤੇ ਬਿਊਰੋ ਆਫ ਐਲਕੋਹਲ, ਟੋਬੈਕੋ, ਫਾਇਰਆਰਮਸ ਐਂਡ ਐਕਸਪਲੋਸਿਵਸ ਸ਼ਾਮਲ ਹਨ। ਜੇਲ੍ਹ ਦੀ ਸਜ਼ਾ ਇਸ ਹਫਤੇ ਦੇ ਸ਼ੁਰੂ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਡੈਲ ਏ ਡਰੋਜ਼ਡ ਨੇ ਸਿੰਘ ਨੂੰ ਹਥਿਆਰਾਂ ਦੇ ਗੈਰ ਕਾਨੂੰਨੀ ਕਾਰੋਬਾਰ ਅਤੇ ਮਸ਼ੀਨ ਗਨ ਰੱਖਣ ਦੇ ਦੋਸ਼ਾਂ ਵਿੱਚ ਆਪਣਾ ਗੁਨਾਹ ਕਬੂਲ ਕਰਨ ਤੋਂ ਬਾਅਦ ਸੰਘੀ ਜੇਲ੍ਹ ਵਿੱਚ 5 ਸਾਲ ਅਤੇ 4 ਮਹੀਨੇ ਸਜ਼ਾ ਸੁਣਾ ਦਿੱਤੀ ਹੈ, ਜੋ ਕਿ ਹੁਣ ਤੁਰੰਤ ਸ਼ੁਰੂ ਹੋ ਜਾਏਗੀ। ਅਮਰੀਕਾ ਦੇ ਓਹੀਓ ਸੂਬੇ ਵਿੱਚ ਇੱਕ ਕਾਰ ਉੱਤੇ ਹਵਾਈ ਜਹਾਜ਼ ਕ੍ਰੈਸ਼ ਹੋਣ ਕਰਕੇ ਘੱਟੋ-ਘੱਟ 2 ਜਾਣਿਆਂ ਦੀ ਮੌਤ ਹੋ ਗਈ ਹੈ। ਐਕਰਨ ਕਸਬੇ ਵਿੱਚ ਦੁਪਹਿਰ ਵਾਪਰੇ ਹਾਦਸੇ ਮਗਰੋਂ ਕਾਰ ਨੂੰ ਅੱਗ ਲੱਗ ਗਈ ਅਤੇ ਧੂਏ ਦਾ ਗੁਬਾਰ ਕਈ ਮੀਲ ਦੂਰ ਤੋਂ ਦੇਖਿਆ ਜਾ ਸਕਦਾ ਸੀ। ਹਾਦਸੇ ਦੀ ਇਤਲਾਹ ਮਿਲਦਿਆਂ ਹੀ ਫਾਇਰ ਫਾਈਟਰਸ ਅਤੇ ਪੈਰਾਮੈਡਿਕਸ ਮੌਕੇ ਤੇ ਪੁੱਜ ਗਏ ਅਤੇ ਨਾਲ ਲੱਗਦੇ ਕਾਰ ਨੂੰ ਖਾਲੀ ਕਰਵਾ ਲਿਆ ਗਿਆ। ਘਰਾਂ ਵਿੱਚ ਮੌਜੂਦ ਕੋਈ ਸ਼ਖਸ ਹਾਦਸੇ ਦੌਰਾਨ ਜ਼ਖਮੀ ਨਹੀਂ ਹੋਇਆ ਅਤੇ ਮਰਨ ਵਾਲਿਆਂ ਦੀ ਸ਼ਨਾਖਤ ਜਹਾਜ਼ ਦੇ ਪਾਇਲਟ ਅਤੇ ਕੋ-ਪਾਇਲਟ ਵਜੋਂ ਕੀਤੀ ਗਈ ਹੈ। ਹਾਦਸੇ ਤੋਂ ਪਹਿਲਾਂ ਹਵਾ ਦੇ ਵਿੱਚ ਡਾਵਾਡੋਲ ਜਹਾਜ਼ ਦੇਖਣ ਵਾਲਿਆਂ ਨੇ ਦੱਸਿਆ ਕਿ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਸਾਫ਼ ਨਜ਼ਰ ਆ ਰਿਹਾ ਸੀ, ਪਰ ਅੰਦਾਜ਼ਾ ਲਾਉਣਾ ਔਖਾ ਹੋ ਗਿਆ ਕਿ ਜਹਾਜ਼ ਕਿਹੜੇ ਇਲਾਕੇ ਵਿੱਚ ਕ੍ਰੈਸ਼ ਕਰੇਗਾ। ਜਹਾਜ਼ ਡਿੱਗਣ ਕਾਰਨ ਤਬਾਹ ਹੋਏ ਘਰ ਦੇ ਨਾਲ ਵਾਲੇ ਮਕਾਨ ਵਿੱਚ ਰਹਿੰਦੇ ਮਾਈਕਲ ਫਿਲਿਪਸ ਨੇ ਦੱਸਿਆ ਕਿ ਵੱਡੇ ਧਮਾਕੇ ਦੀ ਆਵਾਜ਼ ਆਈ ਤਾਂ ਉਹ ਤੁਰੰਤ ਬਾਹਰ ਵੱਲ ਦੌੜਿਆ। ਉਦੋਂ ਤੱਕ ਅੱਗ ਫੈਲ ਚੁੱਕੀ ਸੀ ਅਤੇ ਘਰ ਵਿੱਚ ਮੌਜੂਦ ਮੈਂਬਰ ਕਿਸੇ ਤਰੀਕੇ ਨਾਲ ਆਪਣੀ ਜਾਨ ਬਚਾ ਕੇ ਬਾਹਰ ਨਿਕਲਣ ਵਿੱਚ ਸਫਲ ਰਹੇ। ਇਸੇ ਦੌਰਾਨ ਫਿਲਿਪਸ ਨੇ ਇਹਤਿਆਤ ਵਜੋਂ ਆਪਣੀ ਪਤਨੀ ਅਤੇ ਬੇਟੀ ਨੂੰ ਘਰੋਂ ਬਾਹਰ ਕੱਢ ਲਿਆ। ਹਾਦਸੇ ਦੌਰਾਨ ਤਬਾਹ ਹੋਏ ਘਰ ਵਿੱਚ 3 ਜਣੇ ਅਤੇ ਉਹਨਾਂ ਦਾ ਪਾਲਤੂ ਕੁੱਤਾ ਮੌਜੂਦ ਸੀ, ਜਿਨ੍ਹਾਂ ਨੂੰ ਕੋਈ ਸੱਟ ਫੇਟ ਨਹੀਂ ਵੱਜੀ। ਹਵਾਈ ਜਹਾਜ਼ ਦਾ ਇੱਕ ਖੰਭ ਟੁੱਟ ਕੇ ਦੋਹਾਂ ਘਰਾਂ ਦੇ ਵਿਚਕਾਰ ਡਿੱਗ ਗਿਆ, ਪਰ ਇਸ ਨਾਲ ਦੂਜੇ ਘਰ ਨੂੰ ਕੋਈ ਨੁਕਸਾਨ ਹੋਣ ਦੀ ਰਿਪੋਰਟ ਨਹੀਂ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਤੇ ਨੈਸ਼ਨਲ ਟਰਾਂਸਪੋਰਟੇਸ਼ਨਲ ਸੇਫਟੀ ਬੋਰਡ ਵੱਲੋਂ ਹਾਦਸੇ ਦੀ ਪੜਤਾਲ ਕੀਤੀ ਜਾ ਰਹੀ ਹੈ। ਦੁਨੀਆ ਭਰ ਵਿੱਚ ਫਲਾਈਟਸ ਰੱਦ ਹੋਣ ਦਾ ਖਦਸ਼ਾ ਜ਼ਾਹਰ ਕਰਦਿਆਂ ਕੈਨੇਡਾ ਸਰਕਾਰ ਨੇ ਮੁਲਕ ਦੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਸੋਚ ਸਮਝ ਕੇ ਹੀ ਕੌਮਾਂਤਰੀ ਸਫ਼ਰ ਦੀ ਯੋਜਨਾ ਬਣਾਈ ਜਾਵੇ। ਗਲੋਬਲ ਅਫੇਅਰਸ ਕੈਨੇਡਾ ਵੱਲੋਂ ਜਾਰੀ ਟਰੈਵਲ ਐਡਵਾਈਜ਼ਰੀ ਇਹ ਕਹਿੰਦੀ ਹੈ ਕਿ ਵੱਡੀ ਗਿਣਤੀ ਵਿੱਚ ਕੈਨੇਡੀਅਨਸ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹਨ, ਪਰ ਮੱਧ ਪੂਰਬ ਦੇ ਹਾਲਾਤ ਨੂੰ ਵੇਖਦਿਆਂ ਫਿਊਲ ਸ਼ਾਰਟੇਜ ਕਿਸੇ ਵੀ ਵੇਲੇ ਫਲਾਈਟਸ ਰੱਦ ਹੋਣ ਦਾ ਕਾਰਨ ਬਣ ਸਕਦੀ ਹੈ। ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਕੌਮਾਂਤਰੀ ਪੱਧਰ ਤੇ ਫਿਊਲ ਸਪਲਾਈ ਵਿੱਚ ਅੜਿੱਕੇ ਲੰਮਾ ਸਮਾਂ ਜਾਂ ਕਈ ਮਹੀਨੇ ਤੱਕ ਕਾਇਮ ਰਹਿ ਸਕਦੇ ਹਨ ਅਤੇ ਅਜਿਹੇ ਵਿੱਚ ਮੁਲਕ ਦੇ ਲੋਕ ਵਿਦੇਸ਼ੀ ਧਰਤੀ ਤੇ ਫਸ ਜਾਣਗੇ। ਲੋਕਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਜੇ ਉਹਨਾਂ ਦਾ ਇੰਡੀਆ ਜਾਂ ਕਿਸੇ ਹੋਰ ਮੁਲਕ ਵੱਲ ਜਾਣਾ ਬੇहद ਜ਼ਰੂਰੀ ਹੈ ਤਾਂ ਆਪਣੀ ਰਿਹਾਇਸ਼ ਲਈ ਤੈਅਸ਼ੁਦਾ ਸਮੇਂ ਤੋਂ ਜ਼ਿਆਦਾ ਸਮਾਂ ਰਹਿਣ ਦੇ ਪ੍ਰਬੰਧ ਕਰਕੇ ਜਾਣ। ਖਾਸ ਤੌਰ ਤੇ ਦਵਾਈਆਂ ਉੱਤੇ ਨਿਰਭਰ ਲੋਕ ਲੰਮੇ ਸਮੇਂ ਵਾਸਤੇ ਦਵਾਈਆਂ ਆਪਣੇ ਨਾਲ ਲੈ ਕੇ ਜਾਣ। ਕੈਨੇਡਾ ਸਰਕਾਰ ਨੇ ਸਪਸ਼ਟ ਲਫ਼ਜ਼ਾਂ ਵਿੱਚ ਇਹ ਕਿਹਾ ਹੈ ਕਿ ਵਿਦੇਸ਼ੀ ਧਰਤੀ ਤੇ ਫਸੇ ਲੋਕਾਂ ਦੀ ਵਾਪਸੀ ਵਾਸਤੇ ਕੋਈ ਆਰਥਿਕ ਸਹਾਇਤਾ ਨਹੀਂ ਦਿੱਤੀ ਜਾਵੇਗੀ। ਫੈਡਰਲ ਸਰਕਾਰ ਨੇ ਅੱਗੇ ਕਿਹਾ ਹੈ ਕਿ ਟ੍ਰਿਪ ਕੈਂਸਲੇਸ਼ਨ ਅਤੇ ਇੰਟਰਪਸ਼ਨਸ ਕਵਰੇਜ ਵਾਲਾ ਯਾਤਰਾ ਬੀਮਾ ਲਾਜ਼ਮੀ ਤੌਰ ਤੇ ਲਿਆ ਜਾਵੇ, ਜਿਸ ਨਾਲ ਕਈ ਕਿਸਮ ਦੇ ਖਰਚਿਆਂ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ। ਗਲੋਬਲ ਅਫੇਅਰਸ ਕੈਨੇਡਾ ਦੀ ਟਰੈਵਲ ਐਡਵਾਈਜ਼ਰੀ ਇਹ ਕਹਿੰਦੀ ਹੈ ਕਿ ਮੁਲਕ ਛੱਡਣ ਤੋਂ ਪਹਿਲਾਂ ਆਪਣੇ ਟਰੈਵਲ ਇੰਸ਼ੋਰੈਂਸ ਦੇ ਨਿਯਮ ਅਤੇ ਸ਼ਰਤਾਂ ਨੂੰ ਸਾਵਧਾਨੀ ਨਾਲ ਪੜ੍ਹਿਆ ਜਾਵੇ, ਜਿਨ੍ਹਾਂ ਵਿੱਚ ਮੁਸਾਫਰ ਨੂੰ ਮਿਲਣ ਵਾਲੇ ਮੁਆਵਜ਼ੇ ਦੀ ਹੱਦ ਜਾਂ ਮੁਸਾਫਰ ਉੱਤੇ ਲਾਗੂ ਬੰਦਿਸ਼ ਸਪਸ਼ਟ ਹੋਣੀ ਚਾਹੀਦੀ ਹੈ। ਬੀਮਾ ਲੈਣ ਵਾਲੇ ਇਸ ਗੱਲ ਦੀ ਤਸਦੀਕ ਕੀਤੀ ਜਾਵੇ ਕਿ ਖੇਤਰੀ ਟਕਰਾਅ ਦੀ ਸੂਰਤ ਦਿੱਕਤਾਂ ਪੈਦਾ ਹੋਣ ਤੇ ਇਹ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰ ਸਕੇਗਾ।
ਟਰੈਵਲ ਐਡਵਾਈਜ਼ਰੀ ਵਿੱਚ ਮਿਡਲ ਈਸਟ ਮੁਲਕਾਂ ਵੱਲ ਜਾਣ ਦੀ ਯੋਜਨਾ ਬਣਾ ਰਹੇ ਕੈਨੇਡੀਅਨਸ ਨੂੰ ਖਾਸ ਤੌਰ ਤੇ ਸੁਚੇਤ ਕੀਤਾ ਗਿਆ ਹੈ ਕਿ ਉਹਨਾਂ ਦੀ ਯਾਤਰਾ ਯੋਜਨਾ ਬੇहद ਸ਼ਾਰਟ ਨੋਟਿਸ ਤੇ ਪ੍ਰਭਾਵਿਤ ਹੋ ਸਕਦੀ ਹੈ, ਪਰ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜਾਣ ਵਾਲਿਆਂ ਨੂੰ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਉਧਰ ਐਵੀਏਸ਼ਨ ਸੈਕਟਰ ਦੇ ਮਾਹਰਾਂ ਦੇ ਮੁਤਾਬਕ ਕੈਨੇਡਾ ਸਰਕਾਰ ਦੇ ਯਾਤਰਾ ਸੁਝਾਅ ਡੂੰਘੀਆਂ ਚਿੰਤਾਵਾਂ ਪੈਦਾ ਕਰਦੇ ਹਨ। ਬਿਨਾਂ ਸ਼ੱਕ ਦੁਨੀਆ ਭਰ ਦੀਆਂ 에ਅਰਲਾਈਨਸ ਵੱਲੋਂ ਫਲਾਈਟਸ ਵਿੱਚ ਕਟੌਤੀ ਕੀਤੀ ਗਈ ਹੈ, ਪਰ ਕਿਸੇ ਮੁਲਕ ਵਿੱਚ ਕਈ ਮਹੀਨੇ ਤੱਕ ਫਸਣ ਦੀ ਚੇਤਾਵਨੀ ਹੈਰਾਨਕੁਨ ਹੈ। ਅਮਰੀਕਾ ਦੇ 30 ਤੋਂ ਵੱਧ ਰਾਜਾਂ ਵਿੱਚ ਖਤਰਨਾਕ ਬੈਕਟੀਰੀਆ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦੇ ਬਿਮਾਰ ਹੋਣ ਅਤੇ ਇੱਕ ਜਣੇ ਦੀ ਮੌਤ ਬਾਰੇ ਰਿਪੋਰਟ ਸਾਹਮਣੇ ਆਈ ਹੈ। ਸੈਂਟਰ ਫॉर ਡਿਸੀਜ਼ ਕੰਟਰੋਲ ਦੇ ਮੁਤਾਬਕ ਸਾਲਮੋਨੇਲਾ ਸੈਂਟਪੋਲ ਬੈਕਟੀਰੀਆ ਤੋਂ ਪੀੜਿਤ ਮਰੀਜ਼ ਉਤੇ ਐਂਟੀਬਾਇਓਟਿਕ ਦਵਾਈਆਂ ਬੇਅਸਰ ਹੋਣ ਲੱਗਦੀਆਂ ਹਨ। ਹੁਣ ਤੱਕ 31 ਰਾਜਾਂ ਵਿੱਚ 184 ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਦੇ ਵਿੱਚੋਂ 53 ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਅਤੇ ਇੱਕ ਮਰੀਜ਼ ਦਮ ਤੋੜ ਗਿਆ। ਸਭ ਤੋਂ ਵੱਧ 22 ਮਰੀਜ਼ ਕੈਂਟਕੀ ਵਿੱਚ ਸਾਹਮਣੇ ਆਏ ਹਨ, ਜਦਕਿ ਮਿਸ਼ੀਗਨ ਵਿੱਚ 21, ਵਿਸਕੌਨਸਿਨ ਵਿਖੇ 17 ਅਤੇ ਓਹੀਓ ਵਿੱਚ 15 ਮਰੀਜ਼ ਸਾਹਮਣੇ ਆ ਚੁੱਕੇ ਹਨ। ਇੰਡੀਆਨਾ ਸਣੇ ਹੋਰਨਾਂ ਕਈ ਰਾਜਾਂ ਵਿੱਚ 10-10 ਮਰੀਜ਼ ਸਾਹਮਣੇ ਆਉਣ ਦੀ ਰਿਪੋਰਟ ਹੈ। ਸੈਂਟਰ ਫॉर ਡਿਸੀਜ਼ ਕੰਟਰੋਲ ਨੇ ਦੱਸਿਆ ਕਿ ਮਰਨ ਵਾਲਾ ਮਰੀਜ਼ ਵਾਸ਼ਿੰਗਟਨ ਸੂਬੇ ਨਾਲ ਸੰਬੰਧਿਤ ਸੀ, ਜਿੱਥੇ ਸਿਰਫ 9 ਮਰੀਜ਼ ਹੀ ਸਾਹਮਣੇ ਆਏ ਹਨ। ਕੁੱਲ ਮਰੀਜ਼ਾਂ ਵਿੱਚੋਂ 133 ਸੈਂਟਪੋਲ ਸਟ੍ਰੇਨ ਤੋਂ ਪੀੜਿਤ ਹਨ, ਜਦਕਿ 32 ਮਰੀਜ਼ਾਂ ਵਿੱਚੋਂ ਐਂਟਰੀਟੀਡਸ ਸਟ੍ਰੇਨ ਦਾ ਅਸਰ ਦੱਸਿਆ ਜਾ ਰਿਹਾ ਹੈ। CDC ਦਾ ਮੰਨਣਾ ਹੈ ਕਿ ਮਰੀਜ਼ਾਂ ਦੀ ਅਸਲ ਗਿਣਤੀ ਕਿਤੇ ਜ਼ਿਆਦਾ ਹੋ ਸਕਦੀ ਹੈ ਅਤੇ ਪੋਲਟਰੀ ਵਾਲਿਆਂ ਨੂੰ ਅਹਿਤਿਆਤ ਵਰਤਣ ਦੀ ਜ਼ਰੂਰਤ ਹੈ। ਅਮਰੀਕਾ ਦੀ ਮੇਜ਼ਬਾਨੀ ਹੇਠ ਵਾਸ਼ਿੰਗਟਨ ਵਿੱਚ ਹੋਈ 2 ਦਿਨਾਂ ਗੱਲਬਾਤ ਤੋਂ ਬਾਅਦ ਇਜ਼ਰਾਈਲ ਅਤੇ ਲਿਬਨਾਨ ਨੇ ਆਪਣੀ ਮੌਜੂਦਾ ਜੰਗਬੰਦੀ ਨੂੰ ਹੋਰ 45 ਦਿਨਾਂ ਲਈ ਵਧਾਉਣ ਤੇ ਸਹਿਮਤੀ ਜਤਾਈ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਅਨੁਸਾਰ ਇਸ ਕਦਮ ਨਾਲ ਦੋਵਾਂ ਦੇਸ਼ਾਂ ਵਿਚਾਲੇ ਲੰਬੀ ਸ਼ਾਂਤੀ ਸਥਾਪਿਤ ਕਰਨ ਲਈ ਗੱਲਬਾਤ ਅੱਗੇ ਵਧਾਉਣ ਦਾ ਮੌਕਾ ਮਿਲੇਗਾ। ਇਜ਼ਰਾਈਲ ਤੇ ਲਿਬਨਾਨ ਵਿਚਾਲੇ 16 ਅਪ੍ਰੈਲ ਨੂੰ ਸ਼ੁਰੂ ਹੋਈ ਜੰਗਬੰਦੀ ਐਤਵਾਰ 17 ਮਈ ਨੂੰ ਖਤਮ ਹੋਣ ਵਾਲੀ ਸੀ, ਜਿਸ ਨੂੰ ਹੁਣ 45 ਦਿਨਾਂ ਲਈ ਹੋਰ ਵਧਾ ਦਿੱਤਾ ਗਿਆ ਤਾਂ ਜੋ ਨਾਗਰਿਕਾਂ ਨੂੰ ਸੁੱਖ ਦਾ ਸਾਹ ਮਿਲ ਸਕੇ। 29 ਮਈ 2026 ਨੂੰ ਅਮਰੀਕੀ ਰੱਖਿਆ ਵਿਭਾਗ ਵਿਖੇ ਦੋਵਾਂ ਦੇਸ਼ਾਂ ਦੇ ਫੌਜੀ ਵਫਦਾਂ ਵਿਚਕਾਰ ਸੁਰੱਖਿਆ ਸੰਬੰਧੀ ਗੱਲਬਾਤ ਸ਼ੁਰੂ ਹੋਵੇਗੀ, ਜਦਕਿ 2 ਅਤੇ 3 ਜੂਨ 2026 ਨੂੰ ਅਮਰੀਕੀ ਵਿਦੇਸ਼ ਵਿਭਾਗ ਵਿੱਚ ਸਥਾਈ ਸਿਆਸੀ ਸਮਝੌਤੇ ਲਈ ਅਗਲੀ ਚਰਚਾ ਕੀਤੀ ਜਾਵੇਗੀ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੋਮੀ ਪਿਗੋਟ ਨੇ ਕਿਹਾ ਹੈ ਕਿ ਅਮਰੀਕਾ ਨੂੰ ਉਮੀਦ ਹੈ ਕਿ ਇਸ ਗੱਲਬਾਤ ਰਾਹੀਂ ਦੋਵਾਂ ਦੇਸ਼ਾਂ ਵਿਚਾਲੇ ਸਥਾਈ ਸ਼ਾਂਤੀ, ਇੱਕ ਦੂਜੇ ਦੀ ਪ੍ਰਭੂਸੱਤਾ ਨੂੰ ਮਾਨਤਾ ਅਤੇ ਸਾਂਝੀ ਸਰਹੱਦ ਤੇ ਪੂਰੀ ਸੁਰੱਖਿਆ ਯਕੀਨੀ ਬਣਾਈ ਜਾ ਸਕੇਗੀ। ਭਾਵੇਂ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਵਧਾਉਣ ਤੇ ਸਹਿਮਤੀ ਬਣ ਗਈ ਹੈ, ਪਰ ਜ਼ਮੀਨੀ ਪੱਧਰ ਤੇ ਤਣਾਅ ਬਰਕਰਾਰ ਹੈ। ਜੰਗਬੰਦੀ ਦੇ ਐਲਾਨ ਦੇ ਬਾਵਜੂਦ ਇਜ਼ਰਾਈਲ ਨੇ ਦੱਖਣੀ ਲੈਬਨਾਨ ਦੇ ਸੂਰ ਅਤੇ ਹਨੂਫ ਸ਼ਹਿਰਾਂ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ ਤੇ ਹਵਾਈ ਹਮਲੇ ਕੀਤੇ ਹਨ, ਜਿਸ ਵਿੱਚ 3 ਪੈਰਾਮੈਡਿਕਸ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ। ਇਜ਼ਰਾਈਲ ਦਾ ਇਹ ਕਹਿਣਾ ਹੈ ਕਿ ਹਿਜ਼ਬੁੱਲਾ ਇਸ ਜੰਗਬੰਦੀ ਕੂਟਨੀਤੀ ਦਾ ਹਿੱਸਾ ਨਹੀਂ ਹੈ। ਉੱਥੇ ਈਰਾਨ ਸਮਰਥਿਤ ਹਥਿਆਰਬੰਦ ਸਮੂਹ ਹਿਜ਼ਬੁੱਲਾ ਨੇ ਵੀ ਉੱਤਰੀ ਇਜ਼ਰਾਈਲ ਦੇ ਕਿਰਿਆਤ ਸ਼ਮੋਨਾ ਇਲਾਕੇ ਵਿੱਚ ਡਰੋਨਾਂ ਰਾਹੀਂ ਇਜ਼ਰਾਈਲੀ ਫੌਜੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ। ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਲੰਬੇ ਸਮੇਂ ਤੋਂ ਤਣਾਅ ਚੱਲਦਾ ਆ ਰਿਹਾ ਹੈ, ਪਰ ਮਾਰਚ 2026 ਦੇ ਸ਼ੁਰੂ ਵਿੱਚ ਹਿਜ਼ਬੁੱਲਾ ਵੱਲੋਂ ਇਜ਼ਰਾਈਲ ਤੇ ਕੀਤੇ ਗਏ ਮਿਜ਼ਾਈਲ ਹਮਲਿਆਂ ਤੋਂ ਬਾਅਦ ਇਹ ਜੰਗ ਤੇਜ਼ ਹੋ ਗਈ ਹੈ। ਲੈਬਨਾਨ ਸਰਕਾਰ ਇਸ ਸਮੇਂ ਹਿਜ਼ਬੁੱਲਾ ਨੂੰ ਨਿਹੱਥੇ ਕਰਨ ਅਤੇ ਇਜ਼ਰਾਈਲੀ ਫੌਜ ਨੂੰ ਆਪਣੇ ਇਲਾਕੇ ਵਿੱਚੋਂ ਬਾਹਰ ਕੱਢਣ ਲਈ ਅਮਰੀਕਾ ਦੀ ਮਦਦ ਨਾਲ ਇਹ ਗੱਲਬਾਤ ਕਰ ਰਹੀ ਹੈ। ਸ਼੍ਰੀਲੰਕਾ ਦੇ ਕੋਲੰਬੋ ਹਵਾਈ ਅੱਡੇ ਤੇ ਨਸ਼ਾ ਤਸਕਰੀ ਦੇ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਕਸਟਮ ਅਧਿਕਾਰੀਆਂ ਨੇ ਇੱਕ 60 ਸਾਲਾ ਦੇ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਕ ਫੜੇ ਗਏ ਵਿਅਕਤੀ ਕੋਲੋਂ 2.15 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਗਈ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਲਗਭਗ 10.80 ਕਰੋੜ ਸ਼੍ਰੀਲੰਕਾਈ ਰੁਪਏ ਬਣਦੀ ਹੈ। ਹਵਾਈ ਅੱਡਾ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਪੇਸ਼ੇ ਤੋਂ ਇੱਕ ਭੂ ਵਿਗਿਆਨਕ ਹੈ। ਉਹ ਕਤਰ 에ਅਰਵੇਜ਼ ਦੀ ਉਡਾਨ ਰਾਹੀਂ ਯੁਗਾਂਡਾ ਤੋਂ ਦੋਹਾ ਹੁੰਦਾ ਹੋਇਆ ਕੋਲੰਬੋ ਪਹੁੰਚਿਆ ਸੀ। ਜਦੋਂ ਸ਼ੱਕ ਦੇ ਆਧਾਰ ਤੇ ਉਸਦੇ ਸਮਾਨ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਤਾਂ ਉਸ 'ਚ ਬਹੁਤ ਹੀ ਸਾਵਧਾਨੀ ਨਾਲ ਛੁਪਾ ਕੇ ਰੱਖੀ ਗਈ 2 ਕਿਲੋ ਤੋਂ ਵੱਧ ਕੋਕੀਨ ਬਰਾਮਦ ਹੋਏ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਇਸੇ ਹਵਾਈ ਅੱਡੇ ਤੇ ਇੱਕ ਹੋਰ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਕੋਲੋਂ 4 ਕਿਲੋਗ੍ਰਾਮ ਤੋਂ ਵੱਧ ਕੁਝ ਗਾਂਜਾ ਬਰਾਮਦ ਹੋਇਆ ਸੀ। ਫਿਲਹਾਲ ਅਧਿਕਾਰੀ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੇ ਹਨ ਤਾਂ ਜੋ ਨਸ਼ਾ ਤਸਕਰੀ ਦੇ ਇਸ ਜਾਲ ਦਾ ਪਰਦਾਫਾਸ਼ ਕੀਤਾ ਜਾ ਸਕੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਅਤੇ ਨਾਈਜੀਰੀਆ ਫੌਜਾਂ ਨੇ ਅੱਤਵਾਦ ਵਿਰੋਧੀ ਇੱਕ ਵੱਡੀ ਕਾਰਵਾਈ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਹੈ। ਰਾਸ਼ਟਰਪਤੀ ਟਰੰਪ ਦੇ ਅਨੁਸਾਰ ਇਸ ਮਿਸ਼ਨ ਵਿੱਚ ISIS ਦਾ ਦੂਜਾ ਸਭ ਤੋਂ ਉੱਚਾ ਕਮਾਂਡਰ ਅਬੂ ਬਿਲਾਲ ਅਲ ਮਿਨੂਕੀ ਮਾਰਿਆ ਗਿਆ ਸੀ।
ਉਸਨੇ ਇਹ ਜਾਣਕਾਰੀ ਟਰੂਥ ਸੋਸ਼ਲ ਤੇ ਸਾਂਝੀ ਕੀਤੀ ਹੈ। ਟਰੰਪ ਨੇ ਕਿਹਾ ਕਿ ਇਹ ਕਾਰਵਾਈ ਬਹੁਤ ਮੁਸ਼ਕਿਲ ਸੀ ਅਤੇ ਇਸ ਨੂੰ ਬਾਰੀਕੀ ਨਾਲ ਯੋਜਨਾਬੰਦੀ ਨਾਲ ਚਲਾਇਆ ਗਿਆ ਸੀ। ਉਸਨੇ ਕਿਹਾ ਕਿ ਅਬੂ ਬਿਲਾਲ ਅਲ ਮਿਨੂਕੀ ਅਫਰੀਕਾ ਤੋਂ ਕੰਮ ਕਰ ਰਿਹਾ ਸੀ ਅਤੇ ਦੁਨੀਆ ਭਰ ਵਿੱਚ ISIS ਦੇ ਕਾਰਜਾਂ ਵਿੱਚ ਇੱਕ ਵੱਡਾ ਪ੍ਰਭਾਵ ਸੀ। ਰਾਸ਼ਟਰਪਤੀ ਟਰੰਪ ਦੇ ਅਨੁਸਾਰ ਅਲ ਮਿਨੂਕੀ ਨੂੰ ਲੱਗਦਾ ਸੀ ਕਿ ਉਹ ਅਫਰੀਕਾ ਵਿੱਚ ਲੁਕ ਕੇ ਸੁਰੱਖਿਅਤ ਰਹਿ ਸਕਦਾ ਹੈ, ਪਰ ਅਮਰੀਕੀ ਏਜੰਸੀਆਂ ਕੋਲ ਉਸ ਦੀਆਂ ਗਤੀਵਿਧੀਆਂ ਬਾਰੇ ਲਗਾਤਾਰ ਖੁਫੀਆ ਜਾਣਕਾਰੀ ਸੀ। ਉਸਨੇ ਕਿਹਾ ਕਿ ਉਹ ਹੁਣ ਅਫਰੀਕਾ ਦੇ ਲੋਕਾਂ ਨੂੰ ਡਰਾਉਣ ਜਾਂ ਅਮਰੀਕੀਆਂ ਵਿਰੁੱਧ ਹਮਲਿਆਂ ਦੀ ਯੋਜਨਾ ਬਣਾਉਣ ਵਿੱਚ ਹਿੱਸਾ ਲੈਣ ਦੇ ਯੋਗ ਨਹੀਂ ਹੋਵੇਗਾ। ਟਰੰਪ ਨੇ ਇਹ ਵੀ ਕਿਹਾ ਕਿ ਇਸ ਕਾਰਵਾਈ ਨੇ ISIS ਦੇ ਗਲੋਬਲ ਨੈਟਵਰਕ ਅਤੇ ਕਾਰਜਾਂ ਨੂੰ ਵੱਡਾ ਝਟਕਾ ਦਿੱਤਾ। ਉਸਨੇ ਨਾਈਜੀਰੀਆ ਦੀ ਸਰਕਾਰ ਅਤੇ ਫੌਜ ਦਾ ਉਹਨਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਆਪਣੇ ਬਿਆਨ ਨੂੰ ਸਮਾਪਤ ਕਰਦੇ ਹੋਏ ਟਰੰਪ ਨੇ ਅਮਰੀਕੀ ਫੌਜ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, ਰੱਬ ਅਮਰੀਕਾ ਨੂੰ ਅਸੀਸ ਦੇਵੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਈਵਾਨ ਨੂੰ ਅਮਰੀਕੀ ਹਥਿਆਰਾਂ ਦੀ ਵਿਕਰੀ ਦੇ ਸੰਵੇਦਨਸ਼ੀਲ ਮੁੱਦੇ ਤੇ ਆਪਣੀ ਸਥਿਤੀ ਸਪਸ਼ਟ ਕਰਦਿਆਂ ਕਿਹਾ ਕਿ ਉਹਨਾਂ ਨੇ ਅਜੇ ਤੱਕ ਇਸ ਮਾਮਲੇ ਵਿੱਚ ਅੱਗੇ ਵਧਣ ਬਾਰੇ ਕੋਈ ਅੰਤਿਮ ਫੈਸਲਾ ਨਹੀਂ ਲਿਆ। ਚੀਨ ਦੀ ਆਪਣੀ 3 ਦਿਨਾਂ ਯਾਤਰਾ ਖਤਮ ਕਰਨ ਤੋਂ ਬਾਅਦ 에ਅਰਫੋਰਸ 1 ਜਹਾਜ਼ ਰਾਹੀਂ ਅਮਰੀਕਾ ਪਰਤਦੇ ਸਮੇਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਉਹ ਤਾਈਵਾਨ ਨੂੰ ਹਥਿਆਰਾਂ ਦੀ ਵਿਕਰੀ ਬਾਰੇ ਅਜੇ ਫੈਸਲਾ ਨਹੀਂ ਕੀਤਾ ਹੈ, ਪਰ ਉਹ ਜਲਦੀ ਹੀ ਇਸ ਤੇ ਕੋਈ ਨਿਰਣਾ ਲੈਣਗੇ। ਜ਼ਿਕਰਯੋਗ ਹੈ ਕਿ ਚੀਨ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ ਅਤੇ ਅਮਰੀਕਾ ਵੱਲੋਂ ਤਾਈਵਾਨ ਨੂੰ ਹਥਿਆਰ ਵੇਚਣ ਦੇ ਕਿਸੇ ਵੀ ਸੌਦੇ ਦਾ ਸਖਤ ਵਿਰੋਧ ਕਰਦਾ ਰਿਹਾ। ਚੀਨ ਦਾ ਇਹ ਕਹਿਣਾ ਹੈ ਕਿ ਅਜਿਹੇ ਕਦਮਾਂ ਦੇ ਨਾਲ ਚੀਨ ਅਮਰੀਕਾ ਸਬੰਧਾਂ ਤੇ ਮਾੜਾ ਅਸਰ ਪੈ ਸਕਦਾ ਹੈ। ਟਰੰਪ ਨੇ ਖੁਲਾਸਾ ਕੀਤਾ ਕਿ ਯਾਤਰਾ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਉਹਨਾਂ ਨੂੰ ਦੱਸਿਆ ਕਿ ਉਹ ਤਾਈਵਾਨ ਦੀ ਆਜ਼ਾਦੀ ਦੇ ਸਖਤ ਵਿਰੁੱਧ ਹਨ। ਇਸ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਟਰੰਪ ਨੇ ਕਿਹਾ ਉਹ ਉਹਨਾਂ ਦੀ ਗੱਲ ਸੁਣੀ ਉਹਨਾਂ ਨੇ ਤੇ ਉਹ ਇਸ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਭਾਵੇਂ ਕਿ ਟਰੰਪ ਦੇ ਰਿਪਬਲਿਕਨ ਪ੍ਰਸ਼ਾਸਨ ਨੇ ਪਹਿਲਾਂ ਹੀ ਇਸ ਵਿਕਰੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਪਰ ਅਜੇ ਤੱਕ ਇਸ ਦਿਸ਼ਾ 'ਚ ਕੋਈ ਅਮਲੀ ਕਾਰਵਾਈ ਨਹੀਂ ਹੋਈ ਹੈ। ਹੁਣ ਸਾਰੀਆਂ ਨਜ਼ਰਾਂ ਟਰੰਪ ਦੇ ਅਗਲੇ ਫੈਸਲੇ ਤੇ ਟਿਕੀਆਂ ਹੋਈਆਂ ਹਨ, ਜੋ ਖੇਤਰੀ ਸਿਆਸਤ ਵਿੱਚ ਵੱਡੀ ਅਹਿਮੀਅਤ ਰੱਖਦਾ ਹੈ। ਕੋਰੋਨਾ ਨੇ ਸਾਲ 2019 ਚ ਪੂਰੀ ਦੁਨੀਆ 'ਚ ਭਿਆਨਕ ਆਤੰਕ ਮਚਾਇਆ ਸੀ, ਜਿਸ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਜਦੋਂ ਕੋਰੋਨਾ ਮਗਰੋਂ ਸਥਿਤੀ ਕਾਬੂ 'ਚ ਹੈ ਤਾਂ ਇਸੇ ਦੌਰਾਨ ਅਫਰੀਕੀ ਦੇਸ਼ ਕਾਂਗੋ ਤੋਂ ਇੱਕ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ, ਜਿੱਥੋਂ ਦੇ ਉੱਤਰ ਪੂਰਬੀ ਸੂਬੇ ਇਤੂਰੀ 'ਚ ਇਬੋਲਾ ਵਾਇਰਸ ਦਾ ਨਵਾਂ ਅਤੇ ਖਤਰਨਾਕ ਪ੍ਰਕੋਪ ਸਾਹਮਣੇ ਆਇਆ ਹੈ। ਅਫਰੀਕਾ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਅਨੁਸਾਰ ਇਸ ਜਾਨਲੇਵਾ ਵਾਇਰਸ ਕਾਰਨ ਹੁਣ ਤੱਕ 65 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 244 ਸ਼ੱਕੀ ਮਾਮਲੇ ਦਰਜ ਕੀਤੇ ਗਏ ਹਨ। ਇਹ ਇਲਾਕਾ ਯੁਗਾਂਡਾ ਅਤੇ ਦੱਖਣੀ ਸੁਡਾਨ ਦੀ ਸਰਹੱਦ ਦੇ ਬਹੁਤ ਨੇੜੇ। ਚਿੰਤਾ ਦੀ ਗੱਲ ਇਹ ਹੈ ਕਿ ਗੁਆਂਢੀ ਦੇਸ਼ ਯੁਗਾਂਡਾ ਦੀ ਰਾਜਧਾਨੀ ਕੰਪਾਲਾ ਵਿੱਚ ਵੀ ਕਾਂਗੋ ਤੋਂ ਆਏ ਇੱਕ ਵਿਅਕਤੀ ਦੀ ਇਬੋਲਾ ਕਾਰਨ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਪੂਰੇ ਅਫਰੀਕਾ ਮਹਾਦੀਪ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ। ਸ਼ੁਰੂਆਤੀ ਲੈਬ ਟੈਸਟਾਂ ਤੋਂ ਪਤਾ ਲੱਗਾ ਹੈ ਕਿ ਇਨਫੈਕਸ਼ਨ ਇਬੋਲਾ ਦੀ ਬੁੰਦੀ ਬੁਗੋਇਓ ਸਟ੍ਰੇਨ ਕਾਰਨ ਹੋਇਆ ਹੈ ਅਤੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਸ ਦੇ ਫੈਲਣ ਵਾਲੀ ਜ਼ਾਇਰ ਸਟ੍ਰੇਨ ਤੋਂ ਇਹ ਵੱਖਰੀ ਹੈ। ਦੁਨੀਆ ਕੋਲ ਮੌਜੂਦ ਇਬੋਲਾ ਵੈਕਸੀਨਾਂ ਜਿਵੇਂ ਕਿ ਐਰਬੀਬੋ ਸਿਰਫ ਜ਼ਾਇਰ ਸਟ੍ਰੇਨ ਤੇ ਹੀ ਅਸਰਦਾਰ ਹਨ। ਇਸ ਨਵੀਂ ਸਟ੍ਰੇਨ ਲਈ ਫਿਲਹਾਲ ਕੋਈ ਟੈਸਟਡ ਵੈਕਸੀਨ ਜਾਂ ਇਲਾਜ ਉਪਲਬਧ ਨਹੀਂ ਹੈ, ਜਿਸ ਕਾਰਨ ਸਿਹਤ ਮਾਹਰਾਂ ਦੀ ਚਿੰਤਾ ਹੋਰ ਵੀ ਜ਼ਿਆਦਾ ਵੱਧ ਗਈ ਹੈ। ਇਸ ਵਾਇਰਸ ਦਾ ਸਭ ਤੋਂ ਵੱਧ ਅਸਰ ਮੋਂਗਵਾਲੂ 'ਚ ਦਿਖਿਆ ਹੈ, ਜੋ ਕਿ ਇੱਕ ਮਾਈਨਿੰਗ ਖੇਤਰ ਹੈ ਤੇ ਇੱਥੇ ਮਜ਼ਦੂਰਾਂ ਦੀ ਲਗਾਤਾਰ ਆਵਾਜਾਈ ਰਹਿੰਦੀ ਹੈ। ਇਹ ਵਾਇਰਸ ਹੁਣ ਬੁਨੀਆ ਵਰਗੇ ਸੰਘਣੀ ਆਬਾਦੀ ਵਾਲੇ ਸ਼ਹਿਰੀ ਇਲਾਕਿਆਂ ਵੱਲ ਵੀ ਤੇਜ਼ੀ ਨਾਲ ਵਧ ਰਿਹਾ ਹੈ। ਇਤੂਰੀ ਸੂਬੇ ਵਿੱਚ ਹਥਿਆਰਬੰਦ ਸਮੂਹਾਂ ਦੀ ਹਿੰਸਾ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ, ਜਿਸ ਕਾਰਨ ਸਿਹਤ ਕਰਮਚਾਰੀਆਂ ਲਈ ਮਰੀਜ਼ਾਂ ਦੀ ਨਿਗਰਾਨੀ ਕਰਨਾ ਔਖਾ ਹੋ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਅਤੇ ਅਫਰੀਕਾ CDC ਨੇ ਸਥਿਤੀ ਨੂੰ ਸੰਭਾਲਣ ਲਈ ਕਾਂਗੋ, ਯੁਗਾਂਡਾ ਅਤੇ ਦੱਖਣੀ ਸੁਡਾਨ ਦੇ ਅਧਿਕਾਰੀਆਂ ਨਾਲ ਇੱਕ ਹੰਗਾਮੀ ਮੀਟਿੰਗ ਬੁਲਾਈ ਹੈ। WHO ਵੱਲੋਂ ਰਾਜਧਾਨੀ ਕਿਨਸ਼ਾਸਾ ਤੋਂ 5 ਮੀਟ੍ਰਿਕ ਟਨ ਮੈਡੀਕਲ ਸਪਲਾਈ ਟੈਂਟ ਅਤੇ ਜਾਂਚ ਸਮੱਗਰੀ ਪ੍ਰਭਾਵਿਤ ਇਲਾਕਿਆਂ ਵਿੱਚ ਭੇਜੀ ਜਾ ਰਹੀ ਹੈ। ਭਾਵੇਂ ਕਿ ਇਹ ਵਾਇਰਸ ਫਿਲਹਾਲ ਅਫਰੀਕਾ 'ਚ ਹੀ ਹੈ, ਪਰ 65 ਲੋਕਾਂ ਦੀ ਮੌਤ ਮਗਰੋਂ ਸਾਰੇ ਦੇਸ਼ ਇਸ ਮਾਮਲੇ 'ਚ ਸਾਵਧਾਨ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਬੋਲਾ ਇੱਕ ਬਹੁਤ ਹੀ ਛੂਤਕਾਰੀ ਬਿਮਾਰੀ ਹੈ ਜੋ ਸੰਕਰਮਿਤ ਵਿਅਕਤੀ ਦੇ ਖੂਨ, ਉਲਟੀ ਜਾਂ ਪਸੀਨੇ ਦੇ ਸੰਪਰਕ ਵਿੱਚ ਆਉਣ ਦੇ ਨਾਲ ਫੈਲਦੀ ਹੈ। ਇਸ ਦੇ ਸ਼ੁਰੂਆਤੀ ਲੱਛਣਾਂ ਵਿੱਚ ਤੇਜ਼ ਬੁਖਾਰ, ਸਰੀਰ ਵਿੱਚ ਦਰਦ, ਕਮਜ਼ੋਰੀ, ਉਲਟੀਆਂ ਅਤੇ ਗੰਭੀਰ ਮਾਮਲਿਆਂ ਵਿੱਚ ਸਰੀਰ ਦੇ ਅੰਦਰੂਨੀ ਜਾਂ ਬਾਹਰੀ ਹਿੱਸਿਆਂ ਵਿੱਚੋਂ ਖੂਨ ਵਗਣਾ ਸ਼ਾਮਲ ਹੈ।
ਮੱਧ ਪੂਰਬ ਦੇ ਵਿੱਚ ਤਣਾਅ ਘਟਦਾ ਨਜ਼ਰ ਨਹੀਂ ਆ ਰਿਹਾ। ਉੱਥੇ ਹਾਰਮੂਜ਼ ਜਲ ਡਮਰੂ ਤੋਂ ਲੰਘਣ ਵਾਲੇ ਤੇਲ ਟੈਂਕਰਾਂ ਤੇ ਟੈਕਸ ਲਗਾਉਣ ਵਾਲੇ ਈਰਾਨ ਨੇ ਹੁਣ ਇੱਕ ਨਵੀਂ ਚੇਤਾਵਨੀ ਦੇ ਕੇ ਦੁਨੀਆ ਭਰ ਵਿੱਚ ਹਲਚਲ ਮਚਾ ਦਿੱਤੀ ਹੈ। ਦੁਨੀਆ ਅੱਜ ਜਿਸ ਇੰਟਰਨੈਟ ਪ੍ਰਣਾਲੀ ਤੇ ਪੂਰੀ ਤਰ੍ਹਾਂ ਨਿਰਭਰ ਹੈ, ਉਸ ਦੀ ਅਸਲ ਤਾਕਤ ਆਸਮਾਨ ਵਿੱਚ ਨਹੀਂ ਸਗੋਂ ਸਮੁੰਦਰ ਦੀਆਂ ਗਹਿਰਾਈਆਂ ਦੇ ਵਿੱਚ ਲੁਕੀ ਹੋਈ ਹੈ। ਵਿਸ਼ਵ ਦਾ 95% ਤੋਂ ਵੱਧ ਅੰਤਰਰਾਸ਼ਟਰੀ ਡੇਟਾ ਸਮੁੰਦਰ ਹੇਠਾਂ ਵਿਛੀਆਂ 500 ਤੋਂ ਵੱਧ ਸਬਮਰੀਨ ਕੇਬਲਾਂ ਰਾਹੀਂ ਸੰਚਾਲਿਤ ਹੁੰਦਾ ਹੈ। ਹੁਣ ਇਹਨਾਂ ਕੇਬਲਾਂ ਨੂੰ ਲੈ ਕੇ ਈਰਾਨ ਦੇ ਨਾਲ ਜੁੜੀ ਇੱਕ ਟਿੱਪਣੀ ਨੇ ਵਿਸ਼ਵ ਪੱਧਰ ਤੇ ਚਿੰਤਾ ਵਧਾ ਦਿੱਤੀ ਹੈ। ਈਰਾਨ ਦੇ ਨਾਲ ਜੁੜੇ ਮੀਡੀਆ ਸੰਸਥਾਨਾਂ ਨੇ ਉਹਨਾਂ ਇੰਟਰਨੈਟ ਕੇਬਲ ਕੰਪਨੀਆਂ ਤੇ ਸ਼ੁਲਕ ਲਗਾਉਣ ਦਾ ਸੁਝਾਅ ਦਿੱਤਾ ਹੈ ਜਿਨ੍ਹਾਂ ਦੀਆਂ ਲਾਈਨਾਂ ਹਾਰਮੂਜ਼ ਜਲ ਡਮਰੂ ਮੱਧ ਵਿੱਚੋਂ ਲੰਘਦੀਆਂ ਹਨ। ਇਸ ਦੇ ਨਾਲ ਹੀ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਕੇਬਲਾਂ ਪੱਛਮੀ ਏਸ਼ੀਆ ਦੀਆਂ ਅਰਥ ਵਿਵਸਥਾਵਾਂ ਲਈ ਬਹੁਤ ਸੰਵੇਦਨਸ਼ੀਲ ਬੁਨਿਆਦੀ ਢਾਂਚਾ ਹਨ। ਡਿਜੀਟਲ ਦੁਨੀਆ ਦੇ ਨਵੇਂ ਚੌਕ ਪੁਆਇੰਟ ਬਣੇ ਸਮੁੰਦਰੀ ਰਸਤੇ, ਲਾਲ ਸਾਗਰ, ਇਸ ਤੋਂ ਇਲਾਵਾ ਬਾਬ ਅਲ ਮੰਦੇਬ, ਸੁਏਜ਼ ਨਹਿਰ ਅਤੇ ਹੋਰਮੁਜ਼ ਜਲ ਡਮਰੂ ਮੱਧ ਵਰਗੇ ਸਮੁੰਦਰੀ ਰਸਤੇ ਹੁਣ ਸਿਰਫ ਤੇਲ ਅਤੇ ਵਪਾਰ ਦੇ ਰਸਤੇ ਨਹੀਂ ਰਹੇ, ਸਗੋਂ ਇਹ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਡਿਜੀਟਲ ਚੌਕ ਪੁਆਇੰਟ ਬਣ ਚੁੱਕੇ ਹਨ। ਯੂਰਪ, ਏਸ਼ੀਆ ਤੇ ਅਫਰੀਕਾ ਵਿਚਕਾਰ ਇੰਟਰਨੈਟ ਕਨੈਕਟੀਵਿਟੀ ਅਤੇ ਆਰਥਿਕ ਗਤੀਵਿਧੀਆਂ ਦੀ ਧੜਕਨ ਇਨ੍ਹਾਂ ਰਸਤਿਆਂ ਰਾਹੀਂ ਹੀ ਲੰਘਦੀ ਹੈ। ਪਿਛਲੇ ਸਾਲ ਲਾਲ ਸਾਗਰ ਵਿੱਚ ਸਬਮਰੀਨ ਕੇਬਲਾਂ ਨੂੰ ਹੋਏ ਨੁਕਸਾਨ ਕਾਰਨ ਯੂਰਪ ਅਤੇ ਏਸ਼ੀਆ ਵਿਚਕਾਰ ਲਗਭਗ 25% ਇੰਟਰਨੈਟ ਟ੍ਰੈਫਿਕ ਪ੍ਰਭਾਵਿਤ ਹੋਇਆ ਸੀ। ਇਹੀ ਕਾਰਨ ਹੈ ਕਿ ਈਰਾਨ ਦੇ ਨਾਲ ਜੁੜੇ ਬਿਆਨਾਂ ਨੂੰ ਅੰਤਰਰਾਸ਼ਟਰੀ ਭਾਈਚਾਰਾ ਗੰਭੀਰਤਾ ਨਾਲ ਦੇਖ ਰਿਹਾ ਹੈ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਲਵੇ ਖਬਰਾਂ IP ਬਾਕਸ TV ਤੋਂ ਇਲਾਵਾ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਵੀ ਜ਼ਰੂਰ ਸਬਸਕ੍ਰਾਈਬ ਅਤੇ ਫੋਲੋ ਕਰੋ, ਜਿਵੇਂ ਕਿ YouTube, Facebook, Instagram, TikTok, ਤਾਂ ਜੋ ਤੁਹਾਨੂੰ ਹਰ ਤਾਜ਼ਾ ਖਬਰ ਅਤੇ ਖਾਸ ਪ੍ਰੋਗਰਾਮ ਸਭ ਤੋਂ ਪਹਿਲਾਂ ਮਿਲ ਸਕਣ। ਤੁਹਾਡੇ ਸਾਰਿਆਂ ਦਾ ਧੰਨਵਾਦ।